ਪਿਆਰ ਨਾਲ ਆਪ ਜੀ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚਾਰ ਤੁਕਾਂ ਦੇ ਸਾਨੂੰ 4 ਪਦੇ ਬਖਸ਼ਿਸ਼ ਕੀਤੇ ਨੇ। ਆਰੰਭਕ 2 ਤੁਕਾਂ ਦਾ ਆਪ ਜੀਆਂ ਨੇ ਪਾਠ ਸਰਵਣ ਕੀਤਾ ਹੈ। ਤੁਧ ਬਿਨ, ਉਸ ਵਾਹਿਗੁਰੂ ਜੀ ਤੋਂ ਬਿਨਾ। ਗੁਰੂ ਅਰਜਨ ਦੇਵ ਪਿਤਾ ਉਸ ਵਾਹਿਗੁਰੂ ਜੀ ਨਾਲ ਗੱਲਾਂ ਕਰਦਿਆਂ ਇਹ ਕਹਿ ਰਹੇ ਨੇ ਕਿ ਪ੍ਰਮਾਤਮਾ ਤੁਧ ਬਿਨ ਦੂਜਾ ਨਾ ਹੀ ਕੋਏ। ਮੈਂ ਜਿੱਥੇ ਵੀ ਵੇਖਦਾ ਮੇਰਾ ਆਪਣਾ ਵਜੂਦ ਹੋਵੇ, ਭਾਵੇਂ ਇਸ ਸੰਸਾਰ ਦਾ ਖੰਡ ਬ੍ਰਹਿਮੰਡ ਦਾ ਵਜੂਦ ਹੋਵੇ, ਹਰ ਇੱਕ ਕਣੇ ਕਣੇ ਤੋਂ ਲੈ ਕੇ ਧਰਤ ਆਕਾਸ਼ ਤੱਕ ਵਾਹਿਗੁਰੂ ਜੀ ਤੁਸੀਂ ਹੀ ਆਪਣੀ ਕਲਾ ਵਰਤਾ ਰਹੇ ਹੋ। ਤੁਧ ਬਿਨ ਦੂਜਾ ਨਾ ਹੀ ਕੋਏ। ਇਹਨੂੰ ਜੇ ਅਸੀਂ ਇੱਦਾਂ ਲਈਏ ਕਿ ਸਾਡੀ ਜ਼ਿੰਦਗੀ ਦੇ ਅੰਦਰ ਜੇ ਕੋਈ ਆਸਰਾ ਭਰਨਾ ਹੈ ਤੇ ਕੇਵਲ ਵਾਹਿਗੁਰੂ ਜੀ ਉਹ ਤੁਹਾਡਾ ਹੈ, ਤੁਹਾਡੇ ਤੋਂ ਬਿਨਾਂ ਕਿਸੇ ਦੂਜੇ ਦੀ ਅਸੀਂ ਝਾਕ ਨਹੀਂ ਰੱਖਦੇ। ਤੂੰ ਕਰਤਾਰ, ਸਤਿਗੁਰੂ ਜੀ ਤੁਸੀਂ ਸਿਰਜਣਹਾਰ ਹੋ, ਸਾਰੀ ਪੈਦਾਵਾਰ ਤੁਹਾਡੇ ਤੋਂ ਹੋ ਰਹੀ ਹੈ, ਕਰੇ ਸੋ ਹੋਏ। ਤੇ ਫਿਰ ਇਹ ਵੱਡੀ ਗੱਲ ਹੈ ਕਿ ਤੁਹਾਡੇ ਹੀ ਹੁਕਮ ਦਾ ਡੰਕਾ ਹਰ ਥਾਂ ਵੱਜਦਾ ਪਿਆ ਹੈ। ਭਾਵ ਜੋ ਤੁਸੀਂ ਭਾਣਾ ਵਰਤਾ ਦਿੰਦੇ ਹੋ ਕੇ ਰਹਿੰਦਾ। ਤੇਰਾ ਜ਼ੋਰ, ਜ਼ੋਰ ਦੇ ਅਰਥ ਨੇ ਬਲ, ਤਾਕਤ, ਤਾਣ। ਸਾਨੂੰ ਕੇਵਲ ਤੁਹਾਡਾ ਤਾਣ ਹੈ, ਤੁਹਾਡਾ ਬਲ ਹੈ, ਤੁਹਾਡਾ ਜ਼ੋਰ ਹੈ। ਤੇ ਇਹ ਹਰ ਉਹ ਭਗਤ ਗੁਰਸਿੱਖ ਕਿਸੇ ਧਰਮ ਨਾਲ ਜਿਹੜਾ ਪ੍ਰਮਾਤਮਾ ਦੇ ਆਸਰੇ ਜਿਉਂਦਾ ਉਹ ਪਲ ਪਲ ਇਹੀ ਅਰਦਾਸਾਂ ਕਰਦਾ ਕਿ ਵਾਹਿਗੁਰੂ ਜੀ ਕਿਸੇ ਨੂੰ ਹੋਰ ਦਾ ਹੋਵੇਗਾ ਪਰ ਸਾਨੂੰ ਕੇਵਲ ਤੁਹਾਡਾ। ਤੇਰਾ ਜ਼ੋਰ, ਤੇਰੀ ਮਨ ਟੇਕ। ਤੇ ਮਨ ਦੇ ਵਿੱਚ ਵੀ ਕੇਵਲ ਜ਼ਬਾਨੀ ਨਹੀਂ ਕਿ ਅਸੀਂ ਉੱਤੋਂ ਉੱਤੋਂ ਕਹੀਏ, ਮਨ ਕਰਕੇ ਤੁਹਾਡੇ ਆਸਰੇ ਨਾਲ ਗੁਰੂ ਅਰਜਨ ਦੇ ਪਿਤਾ ਜੀ ਕਹਿ ਰਹੇ ਨੇ ਅਸੀਂ ਜ਼ਿੰਦਗੀ ਨੂੰ ਭੋਗ ਰਹੇ ਹਾਂ। ਸਦਾ ਸਦਾ ਜਪ ਨਾਨਕ ਏਕ। ਗੁਰੂ ਸਾਹਿਬ ਕਹਿੰਦੇ ਸਦਾ ਜਪੋ, ਸਦਾ ਜਪੋ, ਪਰ ਇੱਕ ਨੂੰ ਜਪੋ ਜਿਸ ਤੋਂ ਬਿਨਾ ਦੂਜਾ ਕੋਈ ਨਹੀਂ। ਜਿਹੜਾ ਸਿਰਜਣਹਾਰ ਹੈ ਤੇ ਉਹਦਾ ਹੁਕਮ ਜੋ ਹੋਣਾ ਉਹ ਹੋ ਕੇ ਰਹਿੰਦਾ, ਤੇ ਜਿਹੜੇ ਉਹਦੇ ਆਸਰੇ ਨਾਲ ਜਿਉਂਦੇ ਆ ਉਹਦੇ ਤੇ ਕਿੰਨੀਆਂ ਮਿਹਰਾਮਤਾਂ ਗੁਰੂ ਕਰਦੇ ਨੇ। ਇਹ ਪਹਿਲਾ ਪਦਾ ਆਪ ਜੀਆਂ ਨੇ ਸਰਵਣ ਕੀਤਾ ਤੇ ਮਨ 'ਚ ਆਇਆ ਗੁਰੂ ਸਾਹਿਬ ਦੀ ਬਾਣੀ ਦੇ ਨਾ ਮਹਾਰਾਜ ਦਾ ਨਿੱਜੀ ਜੀਵਨ ਵੇਖੋ। ਤੇ ਸੱਚੇ ਪਿਤਾ ਜੋ ਅੱਜ ਕਹਿ ਰਹੇ ਨੇ ਕਿ ਤੁਧ ਬਿਨ ਦੂਜਾ ਨਾ ਹੀ ਕੋਏ, ਇਹਦੇ ਅਰਥ ਪਹਿਲਾਂ ਅਸੀਂ ਇਦਾਂ ਵੇਖ ਲਈਏ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਤੁਧ ਬਿਨ ਦੂਜਾ ਨਾ ਹੀ ਕੋਏ। ਹਰ ਇੱਕ ਉਹ ਜਰਰੇ ਵਿੱਚ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਤੂੰ ਕਰਤਾਰ। ਸਤਿਗੁਰੂ ਜੀ ਤੁਸੀਂ ਸਾਰੇ ਜੀਆਂ ਦੇ ਦਾਤੇ ਹੋ। ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ। ਤੇਰਾ ਜ਼ੋਰ, ਤੇਰੀ ਮਨ ਟੇਕ। ਕਿੰਨਾ ਭਰੋਸਾ ਗੁਰੂ ਸਾਹਿਬ ਜੀ ਦੱਸ ਰਹੇ ਉਸ ਪਰਮਾਤਮਾ ਤੇ ਜਿਹਨੂੰ ਲੋਕ ਕਹਿੰਦੇ ਵੇਖਿਆ ਹੀ ਨਹੀਂ, ਉਹਨੂੰ ਜਪਣ ਦਾ ਤੇ ਉਹਨੂੰ ਮੰਨਣ ਦਾ ਕੀ ਫਾਇਦਾ। ਅੱਜ ਇਹ ਥਿਊਰੀ ਘੜਦੇ ਆ ਪੜ੍ਹੇ ਲਿਖੇ ਲੋਕ। ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਗੁਣ ਇਹੋ ਹੋਰ ਨਾ ਹੀ ਕੋਏ। ਇਹ ਤੁਸੀਂ ਬਾਣੀ ਦੀ ਇੱਕ ਤੁਕ ਪੜ੍ਹਦੇ ਹੋ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਸਭ ਤੋਂ ਵੱਡਾ ਗੁਣ ਪਤਾ ਕੀ ਆ ਕਿ ਵਾਹਿਗੁਰੂ ਜੀ ਤੋਂ ਬਿਨਾ ਕੋਈ ਦੂਜਾ ਹੋਰ ਵਾਹਿਗੁਰੂ ਜੀ ਹੈ ਹੀ ਨਹੀਂ, ਕੇਵਲ ਇੱਕ। ਸਤਿਗੁਰੂ ਸੱਚੇ ਪਿਤਾ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ। ਤੇ ਅਸੀਂ ਇਹ ਬਾਣੀ ਦੀਆਂ ਜਦੋਂ ਤੁਕਾਂ ਪੜ੍ਹਦੇ ਹਾਂ ਸਤਿਗੁਰੂ ਜੀ ਦੀਆਂ, ਤੁਧ ਬਿਨ ਦੂਜਾ ਨਾ ਹੀ ਕੋਏ। ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਕਿ ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮੂਰਖ ਅਲਪਗ ਬੁੱਧੀ ਇਸ ਰੱਬ ਜੀ ਦੇ ਗੁਣ ਨੂੰ ਨਹੀਂ ਜਾਣਦੀ। ਉਹ ਕਿਹੜਾ ਗੁਣ ਹੈ? ਤੂੰ ਦਇਆਲ, ਕਿਰਪਾਲ, ਸੁਖ ਸਾਗਰ, ਸਰਬ ਘਟਾ ਪਰ ਪੂਰੀ ਰੇ ਤੁਧ ਬਿਨ ਦੂਜਾ ਨਾ ਹੀ ਕੋਏ। ਕਿ ਉਸ ਪ੍ਰਮਾਤਮਾ ਨੂੰ ਹੀ ਹਰ ਥਾਂ ਵੇਖਣਾ। ਵੇਖਦਾ ਕੌਣ ਹੈ? ਜਿਹਦੇ ਹਿਰਦੇ 'ਚ ਬੰਦਗੀ ਹੋਵੇ, ਜਿਹਦੇ ਹਿਰਦੇ 'ਚ ਭਰੋਸਾ ਹੋਵੇ। ਭਰੋਸੇ ਤੇ ਬੰਦਗੀ ਵਾਲੀ ਅੱਖ ਹੀ ਉਸ ਪ੍ਰਮਾਤਮਾ ਨੂੰ ਕਣ ਕਣ 'ਚ ਵੇਖ ਸਕਦੀ ਆ। ਜਿਹਨੂੰ ਭਗਤਾਂ ਨੇ, ਗੁਰਸਿੱਖਾਂ ਨੇ, ਜਨਾਂ ਨੇ ਵੇਖ ਕੇ ਕਿਹਾ ਸੀ ਘਟ ਘਟ ਮੈਂ ਹਰ ਜੂ ਵਸੈ। ਉਹ ਪ੍ਰਮਾਤਮਾ ਹਰ ਘਟ 'ਚ ਹੈ, ਹਿਰਦੇ 'ਚ ਹੈ। ਪਰ ਸੱਚ ਐਵੇਂ ਸੰਤਨ ਕਹਿਓ ਪੁਕਾਰ ਗੱਲਾਂ ਨਾਲ ਨਹੀਂ। ਸੰਤਾਂ ਨੇ ਉਸ ਪ੍ਰਮਾਤਮਾ ਤੱਕ ਪਹੁੰਚ ਕਰਕੇ ਉਸ ਪ੍ਰਮਾਤਮਾ ਨੂੰ ਰਮੇ ਹੋਏ ਨੂੰ ਵੇਖਿਆ। ਅਸੀਂ ਜਾਪ ਸਾਹਿਬ ਦੀ ਬਾਣੀ ਵੱਲ ਆਵਾਂਗੇ। ਕੁਝ ਬੇਨਤੀਆਂ ਉਹ 'ਚੋਂ ਅੱਜ ਕਰਨੀਆਂ ਆਪਾਂ। ਤੂੰ ਦਇਆਲ, ਕਿਰਪਾਲ, ਸੁਖ ਸਾਗਰ, ਸਰਬ ਘਟਾ ਭਰਪੂਰੀ ਰੇ। ਸਤਿਗੁਰੂ ਜੀ ਕਹਿੰਦੇ ਪੇਖਤ ਸੁਣਤ ਸਦਾ
है संगे मैं मूर्ख जानिया दूरी रे। ओ वाहिगुरु जी जिहड़ा करण कारण प्रभ एक है दूसर नाहि कोय। सतगुरु जी कहंदे उस वाहिगुरु नूं जप भाई नानक तिस बलिहारनै जल थल महीयल सोए। जिहड़ा जल च थल च पताल च आकाश च हर थां रमिया होया तुद बिन दूजा नाही कोय तू करतार करै सो होए। वेखो गुरु साहब सच्चे पिता महाराज जियां दे ਅਸੀਂ ਜਦੋਂ ਇਸ ਬਚਨ ਨੂੰ ਪੜ੍ਹਦੇ ਹਾਂ ਵੇਖੋ ਬਹੁਤਾ ਅਸੀਂ ਡਿਟੇਲ 'ਚ ਨਹੀਂ ਜਾਣਾ ਸਮਾਂ ਸੀਮਤ ਹੁੰਦਾ ਹੈ। ਮਹਾਰਾਜ ਜੀ ਨੂੰ ਜਦੋਂ ਬੜੀਆਂ ਸਰੀਰ ਕਰਕੇ ਮੁਸ਼ਕਲਾਂ ਆਣ ਪਈਆਂ ਬੀਰਬਲ ਵਰਗਾ ਚੜ੍ਹਾਈ ਕਰਦਾ ਜਹਾਂਗੀਰ ਦੇ ਜਰਨੈਲ ਉਹਦੇ ਬਖਸ਼ੀ ਸਤਿਗੁਰੂ ਜੀ ਤੇ ਉੱਤੇ ਚੜ੍ਹ ਕੇ ਆਉਂਦੇ ਆ। ਮਹਾਰਾਜ ਸੱਚੇ ਪਿਤਾ ਦਾ ਸਗਾ ਭਰਾ ਪ੍ਰਿਥੀ ਚੰਦ ਮਹਾਰਾਜ ਦਾ ਵਿਰੋਧੀ ਹੁੰਦਾ ਮਾਰ ਮਕਾਉਣ ਦੇ ਲਈ ਕਦੇ ਸੁਲਹੀ ਖਾਂ ਕਦੇ ਸੁਲਭੀ ਖਾਂ ਨੂੰ ਚਾੜ ਕੇ ਭੇਜਦਾ। ਇੱਧਰ ਸਿੱਖ ਮਹਾਰਾਜ ਸੱਚੇ ਪਿਤਾ ਨੂੰ ਕਹਿੰਦੇ ਸਤਿਗੁਰੂ ਆਪਣੇ ਬਚਾ ਲਈ ਕੋਈ ਉਪਰਾਲਾ ਕਰੋ। ਵੇਖੋ ਤੂੰ ਕਰਤਾਰ ਕਰੇ ਸੋ ਹੋਏ। ਇਹ ਦੋ ਤੁਕਾਂ ਨੂੰ ਲੈ ਕੇ ਚੱਲਿਓ ਜਿਹੜੀਆਂ ਮਹਾਰਾਜ ਨੇ ਸਾਨੂੰ ਬਖਸ਼ੀਆਂ। ਤੇ ਗੁਰੂ ਜੀ ਕਹਿੰਦੇ ਮੈਨੂੰ ਆ ਕੇ ਸਲਾਮਾਂ ਦਿੱਤੀਆਂ ਗਈਆਂ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ ਕਿ ਕੁਝ ਲਿਖ ਕੇ ਨਾ ਤੁਸੀਂ ਪੱਤਰ ਭੇਜ ਦਿਓ ਕਿ ਅਸੀਂ ਇਹ ਸੁਲ੍ਹਾ ਕਰ ਲਈਏ। ਦੁਤੀਆ ਮਤਾ ਦੋਏ ਮਾਨੁਕ ਪਹਿਚਾਵੋ ਜੇ ਲਿਖ ਕੇ ਨਹੀਂ ਭੇਜਣਾ ਤੇ ਦੋ ਬੰਦੇ ਭੇਜ ਦਿਓ ਸਲਾਹ ਮਸ਼ਵਰਾ ਕਰਕੇ ਗੱਲ ਨੂੰ ਟਾਲ ਦਿੱਤਾ ਜਾਏ। ਤ੍ਰਿਤੀਆ ਮਤਾ ਕਛ ਕਰੂੰ ਉਪਾਇਆ। ਮਹਾਰਾਜ ਜੀ ਕਹਿੰਦੇ ਮੈਨੂੰ ਕਹਿੰਦੇ ਜੇ ਉੱਪਰਲੇ ਦੋ ਨਹੀਂ ਕਰਨੇ ਤੇ ਤੀਜਾ ਕੰਮ ਇਹ ਕਰੋ ਕਿ ਕੁਝ ਆਪਣੇ ਬਚਾ ਲਈ ਕੁਝ ਉਪਰਾਲਾ ਕਰੋ। ਗੁਰੂ ਸਾਹਿਬ ਕਹਿੰਦੇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਕਿਉਂਕਿ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ। ਫਿਰ ਬੇਨਤੀ ਹੈ ਇਹਨਾਂ ਤੁਕਾਂ ਨੂੰ ਪੜ੍ਹ ਲੈਣਾ ਸੁਣ ਲੈਣਾ ਅਰਥ ਕਰ ਲੈਣੇ ਸੋ ਖੈਰ ਨੇ ਪਰ ਪਰਮਾਤਮਾ ਦੀ ਅਜ਼ਮਤ ਤੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਨੂੰ ਵਸ਼ਨ ਕਰਨਾ ਉਹ ਹੈ ਵਿਰਲੇ ਨਾਹੀਂ ਘਣੇ ਆ ਸੰਗਤ ਜੀ ਕੋਈ ਵਿਰਲਾ ਹੁੰਦਾ ਉਹ। ਸਤਿਗੁਰੂ ਜੀ ਜੋ ਅੱਜ ਭਰੋਸੇ ਦੀ ਦਾਤ ਦੇ ਮਹਾਰਾਜ ਕਹਿੰਦੇ ਕਿ ਮਹਾ ਆਨੰਦ ਅਚਿੰਤ ਸਹਿਜਾਇਆ। ਜਦੋਂ ਵਾਹਿਗੁਰੂ ਜੀ ਦੇ ਆਸਰੇ ਨਾਲ ਤੁਸੀਂ ਜ਼ਿੰਦਗੀ ਨੂੰ ਵਸ਼ਰ ਕਰੋਗੇ ਤੁਹਾਨੂੰ ਮਹਾ ਆਨੰਦ ਪ੍ਰਾਪਤ ਹੋਵੇਗਾ ਅਚਿੰਤ ਦੀ ਦਾਤ ਪ੍ਰਾਪਤ ਹੋਵੇਗੀ ਚਿੰਤਾ ਜ਼ਿੰਦਗੀ 'ਚ ਚਲੀ ਜਾਊਗੀ। ਸਹਿਜਾਇਆ ਦਾ ਅਰਥ ਹੈ ਆਤਮਿਕ ਅਡੋਲਤਾ ਮਿਲੂਗੀ। ਦੁਸ਼ਮਣ ਦੂਤ ਮੂਏ ਸੁਖ ਪਾਇਆ ਭਾਵੇਂ ਵਕਾਰੀ ਦੁਸ਼ਮਣ ਹੋਵਨ ਤੇ ਭਾਵੇਂ ਬਾਹਰੀ ਸੱਚ ਐਵੇਂ ਜਦੋਂ ਵਾਹਿਗੁਰੂ ਜੀ ਤੇ ਭਰੋਸਾ ਤੇ ਉਹਦੀ ਬੰਦਗੀ ਹਿਰਦੇ 'ਚ ਹੋਵੇਗੀ ਮਹਾਰਾਜ ਕਹਿੰਦੇ ਦੋਨੋਂ ਪ੍ਰਕਾਰ ਦੇ ਦੁਸ਼ਮਣਾਂ ਨੂੰ ਮਹਾਰਾਜ ਮਾਰ ਕੇ ਪਰੇ ਸੱਤ ਘੱਤ ਦੇਣਗੇ। ਇਹਨਾਂ ਤੁਕਾਂ ਨੂੰ ਪੜ੍ਹਿਓ ਧਿਆਨ ਦੇ ਨਾਲ ਕਿਉਂਕਿ ਤਾਂ ਕਰਕੇ ਸ਼ਬਦ ਲੈ ਲਿਆ ਕਿ ਮਹਾਰਾਜ ਜੀ ਤੁਹਾਡੀ ਨਿਜ ਦੇ ਵਿੱਚ ਬਹੁਤ ਕੁਝ ਪਿਆ। ਸਤਿਗੁਰੂ ਸੱਚੇ ਪਿਤਾ ਜੀ ਨੂੰ ਟੌਰਚਰ ਕੀਤਾ ਗਿਆ ਜਾਨੋਂ ਮਾਰ ਮਕਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਪਰ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਤੇ ਉਸ ਵਾਹਿਗੁਰੂ ਜੀ ਦੀ ਬੜੀ ਬਖਸ਼ਿਸ਼ ਹੈ ਕਿਉਂਕਿ ਸਤਿਗੁਰੂ ਸੱਚੇ ਪਿਤਾ ਜੀ ਨੇ ਇਸੇ ਸ਼ਬਦ ਦੇ ਅੰਦਰ ਕਿਹਾ ਕਿ ਦੁਸ਼ਮਣ ਦੂਤ ਮੂਏ ਸੁਖ ਪਾਇਆ। ਤੇ ਉਹ ਜਦੋਂ ਪਰਮਾਤਮਾ ਬਲ ਹੋਵੇ ਜਦੋਂ ਉਹ ਪਰਮਾਤਮਾ ਸਹਾਈ ਹੋਵੇ ਉਦੋਂ ਸੱਚ ਹੈ ਜੀਓ ਪਿੰਡ ਸਭ ਹਰ ਕਾ ਦੇਸ਼। ਇਹ ਪਰਮਾਤਮਾ ਦਾ ਹੀ ਜੀਓ ਹੈ ਪਿੰਡ ਹੈ ਸਰੀਰ ਹੈ ਤੇ ਉਹਦੇ ਅੱਗੇ ਹੀ ਇਹਨੂੰ ਬਚਾਉਣ ਦੀਆਂ ਪੁਕਾਰਾਂ ਮਹਾਰਾਜ ਕਹਿੰਦੇ ਅਸੀਂ ਕਰਦੇ ਪਏ ਹਾਂ। ਜੋ ਕਿਛ ਕਰੀ ਸੋ ਤੇਰਾ ਤਾਣ। ਗੁਰੂ ਜੀ ਕਹਿੰਦੇ ਅਸੀਂ ਤੁਹਾਡੇ ਆਸਰੇ ਦੇ ਨਾਲ ਸਭ ਉਪਰਾਲੇ ਕਰਾਂਗੇ ਤੁਹਾਡੇ ਆਸਰੇ ਦੇ ਨਾਲ ਹੀ ਆਪਾਂ ਉਸ ਪਰਮਾਤਮਾ ਦੀ ਰਜ਼ਾ 'ਚ ਰਵਾਂਗੇ। ਤੇ ਸਤਿਗੁਰੂ ਜੀ ਨੇ ਉੱਥੇ ਇਹ ਬਖਸ਼ਿਸ਼ ਕੀਤੀ ਜੋ ਕਿਛ ਕਰੀ ਸੋ ਤੇਰਾ ਤਾਣ। ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਕਿ ਤੂੰ ਹੈ ਦੀਵਾਨ। ਇਸ ਪ੍ਰਮਾਤਮਾ ਦੀ ਬਣਾਈ ਹੋਈ ਖੇਡ ਦੇ ਵਿੱਚ ਮੇਰਾ ਗੁਰੂ ਅਰਜੁਨ ਦੇ ਪਿਤਾ ਦਾ ਕੇਵਲ ਤੁਸੀਂ ਵਾਹਿਗੁਰੂ ਜੀ ਆਸਰਾ ਹੋ। ਤੁਧ ਨੂੰ ਛੋੜ ਜਾਈਐ ਪ੍ਰਭ ਕਹਿ ਧਰ ਆਨ ਨਾ ਬੀਆ ਤੇਰੀ ਸਮਸਰ। ਆਨ ਨਾ ਬੀਆ ਦਾ ਭਾਵ ਹੁੰਦਾ ਰੱਤੀ ਮਾਤਰ ਵੀ ਮੈਂ ਕਿਸੇ ਹੋਰ ਦੀ ਟੇਕ ਆਸਰਾ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਤੱਕਦਾ ਮੈਂ ਕੇਵਲ ਤੁਹਾਡੇ ਆਸਰੇ ਦੇ ਨਾਲ ਹੀ ਆਪਣੀ ਜ਼ਿੰਦਗੀ ਦੇ ਹਰ ਇੱਕ ਸਵਾਸ ਨੂੰ ਹਰ ਇੱਕ ਘੜੀ ਨੂੰ ਭੋਗਣਾ ਚਾਹੁੰਦਾ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਨ ਨਾ ਬੀਆ ਤੇਰੀ ਸਮਸਰ। ਸਤਿਗੁਰੂ ਜੀ ਕਹਿੰਦੇ ਤੇਰੇ ਸੇਵਕ ਕੋ ਕਿਸਕੀ ਕਾਣ ਸਾਕਤ ਭੂਲਾ ਫਿਰੈ ਬਵਾਨ। ਆ ਚਾਰ ਤੁਕਾਂ ਅਖੀਰਲੀਆਂ ਸੁਣਿਓ। ਸਤਿਗੁਰ ਕੀ ਐਸੀ ਵਡਿਆਈ ਜਹ ਕਹਿ ਰਾਖ ਲਹਿ ਗੱਲ ਲਾਈ। ਪਹਿਲੀਆਂ ਅਸੀਂ ਦੋ ਤੁਕਾਂ ਦੇ ਅਰਥ ਕਰਦੇ ਪਏ ਹਾਂ ਕਿ ਇਹ ਤੁਹਾਡੇ ਗੁਰੂ ਦੀ ਸਾਡੇ ਗੁਰੂ ਦੀ ਪਰਮਾਤਮਾ ਦੀ ਵਡਿਆਈ ਹੈ ਕਿ ਜਿਹੜੇ ਪਰਮਾਤਮਾ ਨੂੰ ਜਪ ਕੇ ਉਹਦੇ ਆਸਰੇ ਜ਼ਿੰਦਗੀ ਭੋਗਦੇ ਆ ਮਹਾਰਾਜ ਆਪਣੇ ਗਲ ਨਾਲ ਲਾ ਕੇ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਆ। ਤੂੰ ਕਰਤਾਰ ਕਰੈ ਸੋ ਹੋਏ। ਸਤਿਗੁਰੂ ਜੀ ਕਹਿੰਦੇ ਸੱਚੇ ਪਿਤਾ ਜੀ
ਨਾਨਕ ਦਾਸ ਤੇਰੀ ਸਰਨਾਈ, ਪ੍ਰਭ ਰਾਖੀ ਪੈਜ ਵਜੀ ਵਧਾਈ। ਮੇਰੀ ਪੈਜ ਉਸ ਵਾਹਿਗੁਰੂ ਜੀ ਨੇ ਰੱਖੀ, ਕਿਉਂਕਿ ਸੁਲਗੀ ਤੇ ਨਾਰਾਇਣ ਰਾਗ ਕੇਵਲ ਇਸ਼ਾਰਾ ਮਾਤਰ। ਵੇਖੋ ਜਦੋਂ ਸਤਿਗੁਰੂ ਜੀ ਦੇ ਘਰੇ ਲੰਮੇ ਸਮੇਂ ਬਾਅਦ ਨਾ ਜੀ ਮਾਂ ਗੰਗਾ ਜੀਆਂ ਦੇ ਗ੍ਰਹਿ ਬਾਬਾ ਬੁੱਢਾ ਜੀਆਂ ਦੀ ਅਰਦਾਸ ਨਾਲ ਗੁਰੂ ਹਰਗੋਬਿੰਦ ਪਿਤਾ ਜੀ ਪੈਦਾ ਹੋਏ, ਤੇ ਜਿਹੜੀ ਵੀ ਬੇਨਤੀ ਕਰਨੀ ਉਹ ਅਸੀਂ ਬਾਣੀ ਚੋਂ ਕਰਨੀ ਆ। ਕਹਿੰਦੇ ਮੈਨੂੰ ਮਾਰ ਮਕਾਉਣ ਦੀਆਂ ਜਦੋਂ ਚਾਲਾਂ ਕਾਮਯਾਬ ਨਾ ਹੋਈਆਂ, ਮੇਰੇ ਪੁੱਤਰ ਨੂੰ ਮਾਰ ਮਕਾਉਣਾ ਚਾਹਿਆ। ਕਦੇ ਇਹਨਾਂ ਨੇ ਜਿਹੜੀ ਦਾਈ ਦੀ ਗੱਲ ਚੱਲਦੀ ਆ ਫੱਤੋ ਦੀ, ਉਹਨੂੰ ਕਿਹਾ ਕਿ ਆਪਣੇ ਜਿਸਮ ਨਾਲ ਸੱਚ ਐਵੇਂ ਦੁੱਧ ਵਾਲੀ ਥਾਂ ਤੇ ਜ਼ਹਿਰ ਲਾ ਤਾਂ ਕਿ ਬੱਚਾ ਦੁੱਧ ਚੁੰਗੇ ਤੇ ਦੀ ਮੌਤ ਹੋ ਜੇ। ਪਰ ਉਹ ਸਤਿਗੁਰੂ ਪ੍ਰਮਾਤਮਾ ਦੇ ਜਾਏ ਨੇ। ਕਹਿੰਦੇ ਜਿਹੜੀ ਗੁਰੂ ਹਰਗੋਬਿੰਦ ਪਿਤਾ ਨੂੰ ਮਾਰ ਮਕਾਉਣ ਆਈ ਸੀ, ਉਹਦਾ ਆਪਣਾ ਹੀ ਜ਼ਹਿਰ ਉਹਦੇ ਹੱਡਾਂ 'ਚ ਰਚਿਆ ਤੇ ਉਹਦੀ ਮੌਤ ਹੋਈ। ਦੂਜੀ ਚਾਲ ਇਹ ਚੱਲੀ ਕਿ ਸੱਪ ਲਿਆ ਕੇ ਸਪੇਰੇ ਕੋਲੋਂ ਮਹਾਰਾਜ ਨੂੰ ਮਰਵਾਇਆ ਜਾਏ। ਗੁਰੂ ਹਰਗੋਬਿੰਦ ਪਿਤਾ ਜੀ ਬਿਲਕੁਲ ਬਾਲੜੀ ਉਮਰ 'ਚ ਨੇ, ਤੇ ਕਹਿੰਦੇ ਉੱਥੇ ਵੀ ਅਕਾਲ ਪੁਰਖ ਸਹਾਈ ਹੁੰਦਾ ਤੇ ਮੇਰਾ ਪੁੱਤ ਪਟਕਾ ਕੇ ਸੱਪ ਨੂੰ ਪਰਾਂ ਮਾਰਦਾ। ਤੀਜੀ ਇਹਨਾਂ ਨੇ ਚਾਲ ਇਹ ਚੱਲੀ ਸੀ ਸਾਧ ਸੰਗਤ ਜੀ, ਇੱਕ ਬ੍ਰਾਹਮਣ ਕੋਲੋਂ ਦਹੀਂ 'ਚ ਜ਼ਹਿਰ ਪਵਾ ਕੇ ਖਵਾਉਣਾ ਚਾਹਿਆ। ਕਹਿੰਦੇ ਜਦੋਂ ਸਤਿਗੁਰੂ ਜੀ ਨੇ ਉਹ ਦਹੀਂ ਨਹੀਂ ਨਾ ਖਾਧਾ ਤੇ ਇੱਕ ਕੁੱਤੇ ਨੂੰ ਦਹੀਂ ਖਵਾਇਆ ਗਿਆ ਤੇ ਇਤਿਹਾਸ ਕਹਿੰਦਾ ਉਹ ਕੁੱਤਾ ਤੜਪ ਤੜਪ ਕੇ ਉੱਥੇ ਮਰਿਆ। ਜਦੋਂ ਮਹਾਰਾਜ ਨੇ ਤਾੜਨਾ ਕੀਤੀ ਕਿ ਆ ਤੂੰ ਕੀ ਵਿੱਚ ਪਾ ਕੇ ਤੇ ਕਿਹਦੇ ਆਖੇ, ਫਿਰ ਉਹਨੇ ਦੱਸਿਆ ਸੀ ਮੈਨੂੰ ਪ੍ਰਿਥੀ ਚੰਦ ਨੇ ਲਾਲਚ ਦਿੱਤਾ ਤੁਹਾਡੇ ਪੁੱਤਰ ਨੂੰ ਮਰਵਾਉਣ ਦੇ ਲਈ। ਕਹਿੰਦੇ ਉਹਦੇ ਢਿੱਡ 'ਚ ਸੂਲ ਉੱਠੀ ਸੀ ਤੇ ਬ੍ਰਾਹਮਣ ਵੀ ਉੱਥੇ ਮਰਿਆ। ਮਹਾਰਾਜ ਨੇ ਬਾਣੀ 'ਚ ਤੁਕਾਂ ਉਚਾਰੀਆਂ ਜੀ। ਸਤਿਗੁਰੂ ਕਹਿੰਦੇ ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਹਾਂ ਤੇ ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਲੇਪ ਨਾ ਲਾਗੋ ਤਿਲਕਾ ਮੂਲ, ਇੱਕ ਰੱਤੀ ਜਿੰਨਾ ਵੀ ਮੇਰੇ ਸੱਚ ਐਵੇਂ ਫਰਜ਼ੰਦ ਨੂੰ ਪੁੱਤਰ ਗੁਰੂ ਹਰਗੋਬਿੰਦ ਪਿਤਾ ਨੂੰ ਲੇਪ ਨਹੀਂ ਲੱਗਾ, ਕੋਈ ਦੁੱਖ ਨੇੜੇ ਨਹੀਂ ਆਇਆ। ਤੇ ਦੁਸ਼ਟ ਬ੍ਰਾਹਮਣ ਮੁਆ ਹੋਏ ਕੈਸੂਲ, ਤੇ ਜਿਹੜਾ ਬ੍ਰਾਹਮਣ ਮਾਰਨ ਆਇਆ ਸੀ ਮੇਰੇ ਪੁੱਤਰ ਨੂੰ, ਕਹਿੰਦੇ ਉਹਦੇ ਢਿੱਡ 'ਚੋਂ ਸੂਲ ਉੱਠੀ ਤੇ ਉਹ ਮਰ ਮੁਕਿਆ। ਚੌਥੀ ਆਫਤ ਕੁਦਰਤ ਵੱਲੋਂ ਆਈ, ਮਹਾਰਾਜ ਦੇ ਨਾਲ ਸੀਤਲਾ ਨਿਕਲ ਆਈ, ਜਿਹਨੂੰ ਅਸੀਂ ਚੇਚਕ ਕਹਿੰਦੇ ਆ ਸੰਗਤ ਜੀ। ਫਿਰ ਇੱਥੇ ਵੀ ਲੋਕਾਂ ਨੇ ਕਿਹਾ ਕਿ ਸੀਤਲਾ ਦੀ ਪੂਜਾ ਕਰੋ, ਇਹ ਮਾਤਾ ਨਿਕਲ ਆਈ ਜਿਵੇਂ ਸਾਡੇ ਅੱਜ ਅਡੰਬਰ ਹੁੰਦਾ ਨਾ, ਪਰ ਇਹ ਗੁਰੂ ਸੀ ਜਿਹੜਾ ਬਾਣੀ ਚ ਅੱਜ ਇਹ ਕਹਿ ਰਿਹਾ ਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ। ਤੇ ਫਿਰ ਗੁਰੂ ਖੱਬੇ ਸੱਜੇ ਕਿਵੇਂ ਚਲੇ ਜਾਣ? ਜਿਹੜੇ ਗੁਰੂ ਜੀ ਇਹ ਕਹਿੰਦੇ ਹੋਵਣ ਦੁਬਦਾ ਨਾ ਪੜੂ ਹਰ ਬਿਨ ਹੋਰ ਨਾ ਪੂਜੂ, ਮੜੈ ਮਸਾਨ ਨਾ ਜਾਏ। ਮਹਾਰਾਜ ਕਹਿੰਦੇ ਭਾਵੇਂ ਹੋਵੇ ਚੇਚਕ ਤੇ ਭਾਵੇਂ ਕੋਈ ਆਫਤ, ਅਸੀਂ ਕੇਵਲ ਬਚਾਉਣ ਦੇ ਲਈ ਉਸ ਰੱਬ ਦੇ ਅੱਗੇ ਤਰਲਾ ਲਾਵਾਂਗੇ, ਕਿਸੇ ਦੇਵੀ ਦੀ ਪੂਜਾ ਨਹੀਂ ਗੁਰੂ ਨਾਨਕ ਦਾ ਘਰ ਕਰਦਾ। ਤੇ ਗੁਰੂ ਸਾਹਿਬ ਤੇ ਰੱਖਿਆ ਜਦੋਂ ਹੋਈ ਤੇ ਮਹਾਰਾਜ ਨੇ ਬਾਣੀ 'ਚ ਇੱਕ ਗੱਲ ਕਹੀ ਸੀ। ਗੁਰੂ ਜੀ ਕਹਿੰਦੇ ਸੀਤਲਾ ਤੇ ਰੱਖਿਆ ਬਿਵਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇਹ ਰੱਬ ਦੀ ਕਿਰਪਾ ਹੋਈ ਹੈ ਕਿ ਮੇਰੇ ਬੱਚੇ ਤੇ ਰੋਗ ਆਇਆ ਚੇਚਕ ਦਾ, ਤੇ ਉਸ ਪ੍ਰਮਾਤਮਾ ਨੇ ਆਪਣੀ ਦ੍ਰਿਸ਼ਟੀ ਨਾਲ ਮੇਰੇ ਪੁੱਤ ਦਾ ਰੋਗ ਵੀ ਕੱਟ ਕੇ ਰੱਖਤਾ। ਹੁਣ ਜਦੋਂ ਇਹ ਸਾਰੇ ਸ਼ਬਦ ਪੜੋਗੇ ਨਾ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਇਹ ਗੁਰੂ ਹਰਗੋਬਿੰਦ ਪਿਤਾ ਜੀ ਤੇ ਜਦੋਂ ਰਹਿਮਤਾਂ ਹੁੰਦੀਆਂ ਮਾਝ ਉਦੋਂ ਉਚਾਰਦੇ ਜੀ। ਸਤਿਗੁਰੂ ਕਹਿੰਦੇ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਆ। ਮੇਰੇ ਪੁੱਤੇ ਬੜੀਆਂ ਆਫਤਾਂ ਆਈਆਂ ਪਰ ਉਹ ਨਵਾਂ ਨਰੋਆ। ਕੀ ਕੇਵਲ ਗੁਰੂ ਹਰਗੋਬਿੰਦ ਪਿਤਾ ਨੂੰ ਹੀ ਵਾਹਿਗੁਰੂ ਬਚਾਊਗਾ? ਕੀ ਸਤਿਗੁਰੂ ਜੀ ਅੱਜ ਨਹੀਂ? ਮਹਾਰਾਜ ਕਹਿੰਦੇ ਅੱਜ ਵੀ ਭਰੋਸਾ ਰੱਖੋ ਵਾਹਿਗੁਰੂ ਤੇ, ਉਹਦੀ ਬਾਣੀ ਪੜਿਆ ਕਰੋ ਰੋਜ਼, ਨਾਮ ਜਪਿਆ ਕਰੋ ਰੋਜ਼, ਰੋਜ਼ ਉਹਦੇ ਆਸਰੇ ਪਰਨੇ ਜ਼ਿੰਦਗੀ ਭੋਗੋ। ਜਦੋਂ ਘਰ 'ਚ ਕੋਈ ਬਿਪਤਾ ਆਵੇ ਉਦਨ ਬਿਪਤਾ ਨੂੰ ਟਲਾਉਣ ਦੀ ਅਰਦਾਸ ਕਰੋ। ਸੱਚ ਐਵੇਂ ਤੁਹਾਡੀ ਪੜੀ ਬਾਣੀ ਉਦਨ ਤੁਹਾਡੇ ਕੰਮ ਜ਼ਰੂਰ ਆਊਗੀ। ਇਹ ਨਹੀਂ ਕਿ ਜਿੱਦਨ ਬਿਪਤਾ ਆਈ ਉਦਨ ਰੱਬ ਅੱਗੇ ਹੱਥ ਜੋੜ ਲਏ ਤੇ ਬਾਕੀ ਭੁੱਲੇ ਰਹੇ। ਨਹੀਂ, ਬਾਬਾ ਜੀ ਕਹਿੰਦੇ ਕਾਮ ਪਰੈ ਹਰ ਸਿਮਰੀਐ, ਐਸਾ ਸਿਮਰੋ ਨਿਤ। ਜਿਹਨੂੰ ਕੰਮ ਪੈਣ ਲੱਗਿਆ ਚੇਤੇ ਕਰਨਾ, ਉਹਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਹ ਮਨੁੱਖੀ ਇੱਕ ਸੁਭਾਅ ਬਣਾਉਣਾ ਚਾਹੀਦਾ। ਸੋ ਫਿਰ ਆਪਾਂ ਮੁੜਦੇ ਹਾਂ ਜੀ। ਗੁਰੂ ਜੀ ਕਹਿੰਦੇ ਕਿ ਮੇਰੇ ਵਾਹਿਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭਾਤ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਆ। ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਪੈਜ ਰਖਾਈ, ਸਾਧ ਸੰਗਤ ਤੇ ਸਫਲ ਪਾਏ, ਸਤਿਗੁਰ ਕਹਿ ਬਲ ਚਾਈ। ਮੈਂ ਆਪਣੇ ਗੁਰੂ ਤੋਂ ਵਾਹਿਗੁਰੂ ਤੋਂ ਸਦਕੇ ਆ ਜਿਨੇ ਇਹ ਮਿਹਰਾਮਤ ਕੀਤੀ। ਅਸੀਂ ਕੇਵਲ ਇੱਕ ਇਹ ਲਿਆ ਸੀ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇ।
ਥੋੜੇ ਜਿਹੇ ਨਾ ਅੱਜ ਜਾਪ ਸਾਹਿਬ ਕਰਦਿਆਂ ਮਨ ਚ ਆਇਆ, ਸਤਿਗੁਰੂ ਜੀ ਤੁਸੀਂ ਵਾਹਿਗੁਰੂ ਜੀ ਦੀ ਬੜੀ ਗਵਾਹੀ ਜਾਪ ਸਾਹਿਬ ਚ ਬਖਸ਼ੀ ਹੈ, ਤੇ ਤੁਧ ਬਿਨ ਦੂਜਾ ਨਾਹੀ ਕੋਈ ਦੇ। ਇੱਥੇ ਥੋੜਾ ਸੁਣਿਓ ਕਿ ਉਹ ਪ੍ਰਮਾਤਮਾ ਕਿੱਥੇ ਕਿੱਥੇ ਹੈ, ਤੇ ਉਹਦੇ ਤੋਂ ਬਿਨਾ ਕੁਝ ਵੀ ਨਹੀਂ। ਤੇ ਮਹਾਰਾਜ ਜੀ ਨਾ ਕਹਿੰਦੇ ਤੇਰਾ ਜੋਰ ਚਾਚਰੀ ਛੰਦ ਜਲੇ ਹੈ, ਇੱਥੇ ਬਿੰਦੀ ਲਾਈ ਮਹਾਰਾਜ ਨੇ, ਕਹਿੰਦੇ ਉਹ ਪ੍ਰੈਜ਼ੈਂਟ ਹੈ। ਤੇ ਇਸ ਤੁਕ ਨੂੰ 5000 ਸਾਲ ਬਾਅਦ ਪੜਿਓ ਤਾਂ ਵੀ ਇਹੀ ਪੜੋਗੇ, ਜਲੇ ਹੈ। ਉਹ ਪ੍ਰਮਾਤਮਾ ਜਿਹੜਾ ਹਰ ਵਕਤ ਰਹੂਗਾ। ਥਲੇ ਹੈ, ਅਭੀਤ ਹੈ, ਆਪੇ ਹੈ। ਇਹਦੇ ਅਰਥ ਥੋੜੇ ਸੁਣਿਓ। ਜਿਹੜਾ ਵਾਹਿਗੁਰੂ ਜਲ ਚ ਹੈ, ਜਿਹੜਾ ਵਾਹਿਗੁਰੂ ਜੀ ਥਲ ਚ ਹੈ, ਤੇ ਅਭੀਤ ਦਾ ਭਾਵ ਹੁੰਦਾ ਹੈ ਜਿਹਨੂੰ ਕਿਸੇ ਦਾ ਡਰ ਨਾ ਹੋਵੇ। ਅਭੇਦ ਦਾ ਭਾਵ ਹੁੰਦਾ ਸੱਚ ਐਵੇਂ ਜਿਹਨੂੰ ਲਖਿਆ ਨਾ ਜਾ ਸਕੇ, ਜਿਹਦਾ ਭੇਦ ਨਾ ਪਾਇਆ ਜਾ ਸਕੇ। ਜਲੇ ਹੈ, ਥਲੇ ਹੈ, ਅਪੀਤ ਹੈ, ਆਪੇ ਹੈ, ਆਬੂ ਹੈ, ਆਜੂ ਹੈ। ਇਹ ਸਾਰੇ ਸ਼ਬਦ ਗੁਰੂ ਸਾਹਿਬ ਸੱਚੇ ਪਿਤਾ ਇਸ ਸ਼ਬਦ ਚ ਵਰਤਦੇ। ਇਹ ਤੋਂ ਨਾ ਉੱਪਰਲਾ ਤੁਸੀਂ ਕਦੇ ਛੰਦ ਦੀਆਂ ਅਖੀਰਲੀਆਂ ਤੁਕਾਂ ਪੜੋ, ਤੇ ਉੱਥੇ ਵੀ ਮਹਾਰਾਜ ਸੱਚੇ ਪਿਤਾ ਜੀ ਇਹ ਕਿਰਪਾ ਕਰਦੇ ਨੇ। ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ, ਆਦੋ ਉਰਦ ਅਗੰਗ ਓਗ ਹਰਤਾ। ਬੜੇ ਔਖੇ ਨੇ ਮਹਾਰਾਜ ਦੀ ਇਹ ਬਾਣੀ, ਪਰ ਇਹਦੇ ਅਰਥ ਸੁਣਿਓ। ਸਦਾ ਸਿੱਧ ਦਾ, ਸਿੱਧ ਦਾ ਭਾਵ ਹੁੰਦਾ ਜਿਹੜਾ ਸਾਨੂੰ ਸਿੱਧੀ ਬਖਸ਼ੇ। ਜੀਵਨ ਦੀ ਬਾਜੀ ਕਿਵੇਂ ਜਿੱਤਣੀ ਆ, ਤੇ ਜੀਵਨ ਦੇ ਵਿੱਚ ਹਰ ਘੜੀ ਤੇ ਫਤਿਹ ਕਿਵੇਂ ਪਾਉਣੀ ਆ, ਭਾਵ ਸਫਲਤਾ ਦੀ ਦਾਤ ਗੁਰੂ ਜੀ ਕਹਿੰਦੇ ਉਹ ਪਰਮਾਤਮਾ ਸਾਨੂੰ ਬਖਸ਼ਦਾ। ਸਦਾ ਸਿੱਧ ਦਾ, ਬੁੱਧ ਦਾ, ਬੁੱਧ ਦਾ ਅਰਥ ਹੈ ਅੱਜ ਬੰਦਾ ਭਾਵੇਂ ਲੱਖ ਛੇਕੀਆਂ ਮਾਰੀ ਜਾਏ, ਮੈਂ ਮਿੰਟਾਂ 'ਚ ਇੰਨੇ ਕਰੋੜ ਦਾ ਹਿਸਾਬ ਕਰ ਜਾਣਾ, ਮੇਰੇ ਅੱਗੇ ਵੱਡੇ ਵੱਡੇ ਆ ਜਾਣ ਟੈਸਟ, ਮੈਂ ਮਿੰਟ 'ਚ ਕਲੀਅਰ ਕਰ ਜਾਵਾਂਗਾ। ਗੁਰੂ ਸਾਹਿਬ ਕਹਿੰਦੇ ਬੁੱਧੀ ਦੀ ਦਾਤ ਦੇਣ ਵਾਲਾ ਵੀ ਉਹ ਪਰਮਾਤਮਾ ਹੈ। ਇਹ ਵੇਖੋ ਗੁਰੂ ਸਾਹਿਬ ਉਸ ਰੱਬ ਜੀ ਨਾਲ ਸਾਡੀ ਸੁਰਤ ਨੂੰ ਕਿਵੇਂ ਜੋੜਦੇ ਆ। ਤਾਂ ਕਰਕੇ ਬੜੀ ਵਾਰੀ ਬੇਨਤੀ ਕੀਤੀ, ਜਦੋਂ ਵੇਲ ਮਿਲੇ ਨਾ ਤੁਸੀਂ ਨਿਤਨੇਮ ਕਰ ਦਿਓ, ਬੜੀ ਚੰਗੀ ਗੱਲ ਹੈ। ਪਰ ਸੰਗਤ ਜੀ ਹੁਣ ਨਿਤਨੇਮ ਦੇ ਨਾਲ 2-2 3-3 ਪੌੜੀਆਂ ਦੇ ਅਰਥ ਪੜਿਆ ਕਰੋ। ਹਰ ਕਿਸੇ ਕੋਲ ਐਂਡਰੋਇਡ ਫੋਨ ਨੇ, ਉਹਨਾਂ ਵਿੱਚ ਅਰਥ ਦਿੱਤੇ ਹੋਏ ਨੇ, ਪਰ ਅਸੀਂ ਕੇਵਲ ਬਾਣੀ ਪੜ੍ਹ ਜ਼ਰੂਰ ਰਹੇ ਹਾਂ, ਉਹਦੇ ਅਰਥਾਂ ਬਾਰੇ ਨੌਲੇਜ ਨਾ ਹੋਣ ਕਰਕੇ ਅਸੀਂ ਫਿਰ ਖੱਬੇ ਸੱਜੇ ਝਾਕਣਾ ਸ਼ੁਰੂ ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਬ੍ਰਿਧ ਸੱਚੇ ਪਾਤਸ਼ਾਹ ਨੇ ਜੋ ਅਰਥ ਕੀਤੇ ਨੇ ਕਿ ਉਹ ਪਰਮਾਤਮਾ ਜਿਹੜਾ ਹਮੇਸ਼ਾ ਸਾਨੂੰ ਤਰੱਕੀਆਂ ਬਖਸ਼ਦਾ। ਸੰਗਤ ਜੀ 29 ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਕਿ 29 ਬਖਸ਼ਣੀ, ਤਰੱਕੀ ਬਖਸ਼ਣੀ। ਤੇ ਜੋ ਵਾਹਿਗੁਰੂ ਤੇ ਆਸਰੇ ਜ਼ਿੰਦਗੀ ਜਿਉਵਣ, ਦਿਨ ਰਾਤ ਵਾਹਿਗੁਰੂ ਜੀ ਦਾ ਭਜਨ ਕਰਨ, ਉਹ ਕਦੇ ਵੀ ਸਮਾਜ ਵਿੱਚ ਪਿੱਛੇ ਨਹੀਂ ਰਹਿ ਸਕਦੇ, ਕਦੇ ਨਹੀਂ ਰਹਿ ਸਕਦੇ। ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ, ਉਹ ਪਰਮਾਤਮਾ ਜਿਹੜਾ ਕ੍ਰੀਏਟਰ ਹੈ, ਕਰਤਾ ਹੈ, ਉਸ ਵਾਹਿਗੁਰੂ ਜੀ ਨੂੰ ਜਪੋ। ਮਹਾਰਾਜ ਕਹਿੰਦੇ ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ, ਆਦੋ ਅਦੰ ਓਗ ਹਰਤਾ। ਇਹਦੇ ਅਰਥ ਨੇ ਆਦੋ ਦਾ ਭਾਵ ਹੈ ਉਹ ਪਰਮਾਤਮਾ ਜਿਹੜਾ ਪਾਤਾਲ ਵਿੱਚ, ਆਦੋ ਦੇ ਅਰਥ ਨੇ ਪਾਤਾਲ। ਆਦੋ ਉਰਦ, ਉਰਦ ਦਾ ਭਾਵ ਉਹ ਆਸਮਾਨ। ਆਦੋ ਉਰਦ ਅਗੰਗ, ਅਗੰਗ ਦਾ ਅਰਥ ਹੁੰਦਾ ਜਿਹੜਾ ਪਤਾਲ ਤੇ ਕਹਿ ਲੋ ਧਰਤ ਤੇ ਆਕਾਸ਼ ਦੇ ਵਿਚਕਾਰਲਾ ਹਿੱਸਾ, ਉੱਥੇ ਵੀ ਗੁਰੂ ਸਾਹਿਬ ਕਹਿੰਦੇ ਮੈਂ ਉਹਦੀ ਜੋਤ ਨੂੰ ਵੇਖਦਾ ਪਿਆ। ਆਦੋ ਉਰਦ ਅਗੰਗ ਓਗ ਹਰਤਾ। ਓਗ ਕਹਿੰਦੇ ਪਾਪਾਂ ਨੂੰ, ਹਰਤਾ ਭਾਵ ਉਹ ਨਾਸ਼ ਕਰਨ ਵਾਲਾ ਹੈ। ਉਸ ਰੱਬ ਦੀ ਬੰਦਗੀ ਕਰੋ ਜਿਨ੍ਹਾਂ ਪਾਪਾਂ ਕਰਕੇ ਤਨ ਨੂੰ ਦੁੱਖ ਮਿਲਦੇ ਆ ਤੇ ਮਨ ਰੂਪੀ ਆਤਮਾ 84 ਦੇ ਗੇੜ 'ਚ ਜਾਂਦੀ ਆ। ਰੱਬ ਦੀ ਬੰਦਗੀ ਕਰੋ, ਤਨ ਦੇ ਪਾਪ ਵੀ ਕੱਟੇ ਜਾਣਗੇ ਤੇ 84 ਵੀ ਕੱਟੀ ਜਾਊਗੀ। ਮਹਾਰਾਜ ਨੇ ਉਹ ਵੇਖੋ ਪ੍ਰਮਾਤਮਾ ਦੀ ਕੈਸੀ ਸੋਹਣੀ ਵਿਆਖਿਆ ਕੀਤੀ। ਵੈਸੇ ਆਓ ਥੋੜਾ ਸੋਧਰ ਦੀ ਬਾਣੀ ਦੀਆਂ ਅਖੀਰਲੀਆਂ 4 ਤੁਕਾਂ ਵੇਖੋ। ਉਹ ਹੈ ਕਿ ਕੇਵਲ ਵਾਹਿਗੁਰੂ ਸੱਚੇ ਪਿਤਾ ਨੇ ਜੋ ਮੁੱਖ ਵਾਗ ਬਖਸ਼ਿਆ ਹੁੰਦਾ ਨਾ ਜੀ, ਤੇ ਮੇਰਾ ਇਹ ਹੁੰਦਾ ਕਿ ਉਹਦੇ ਵਿੱਚ ਖੁੱਭ ਜਾਈਏ, ਖੱਬੇ ਸੱਜੇ ਨਹੀਂ। ਸੱਚੇ ਪਿਤਾ ਜੀ ਕਹਿੰਦੇ ਧਿਆਨ ਨਾਲ ਤੁਕਾਂ ਨਾਲ ਪੜੋ, ਸੌਖੀ ਬਾਣੀ ਆ। ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਸੱਚੇ ਪਿਤਾ ਜਿਹੜਾ ਅੱਜ ਤੁਧ ਬਿਨ ਦੂਜਾ ਨਾਹੀ ਕੋਇ ਹੈ, ਤੇ ਤੂੰ ਕਰਤਾਰ ਕਰੇ ਸੋ ਹੋਏ ਹੈ। ਉੱਥੇ ਫਿਰ ਗੁਰੂ ਨਾਨਕ ਦੇ ਮੱਝ ਨੇ 3 ਵਾਰ ਸੋਦਰ ਦਾ ਪਾਠ ਉਚਾਰਿਆ, ਤੇ ਉਹਦੇ ਵਿੱਚੋਂ ਆਪਾਂ ਕੁਝ ਕੁ ਅਖੀਰਲੀਆਂ ਤੁਕਾਂ ਲੈਣੀਆਂ ਕਿ ਸੱਚ ਹੈ। ਉੱਥੇ ਮੱਝ ਕਹਿੰਦੇ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਜਿਸ ਵਾਹਿਗੁਰੂ ਜੀ ਨੇ ਸਾਰੀ ਰਚਨਾ ਬਣਾਈ ਆ ਉਹ ਹੈਗਾ ਹੁਣ ਵੀ, ਜੋ ਮਹਾਰਾਜ ਕਹਿ ਰਹੇ ਨੇ ਤੂੰ ਕਰਤਾਰ ਕਰੈ ਸੋ ਹੋਏ। ਸੱਚ ਇਵੇਂ ਉਹਦੇ ਤੋਂ ਬਿਨਾ ਦੂਜਾ ਕੋਈ ਨਹੀਂ। ਸਤਿਗੁਰੂ ਕਹਿੰਦੇ ਹੈ ਭੀ ਹੋਸੀ, ਜਿਹੜਾ ਹੈ ਵੀ ਤੇ ਹੋਵੇਗਾ ਵੀ, ਕਿਤੇ ਨਹੀਂ ਦੂਰ ਚੱਲਿਆ ਉਹ ਸਾਡੇ ਤੋਂ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ।
ਅੱਗੇ ਮੱਝ ਕਹਿੰਦੇ ਜੋ ਤਿਸ ਭਾਵੈ, ਵੇਖੋ ਤੂੰ ਕਰਤਾਰ ਕਰੇ ਸੋ ਹੋਏ, ਜੋ ਤਿਸ ਭਾਵੈ ਸੋਈ ਕਰਸੀ। ਮਹਾਰਾਜ ਜੀ ਜੋ ਮੈਨੂੰ ਚੰਗਾ ਲੱਗਦਾ ਤੂੰ ਉਹ ਨਹੀਂ ਕਰਦਾ। ਅਸੀਂ ਕਈ ਵਾਰੀ ਕਹਿੰਦੇ ਨਾ ਉਹ ਫਲਾਣਾ ਬੰਦਾ ਜੀ ਬੜਾ ਬੁਰਾ ਸੋਚਦਾ, ਸਾਡਾ ਲੱਖ ਵਾਰੀ ਸੋਚੇ, ਜਦੋਂ ਤੱਕ ਬਾਬਾ ਨਾਨਕ ਤੁਹਾਡਾ ਬੁਰਾ ਨਹੀਂ ਸੋਚਦਾ ਤੁਹਾਡਾ ਕੋਈ ਬਾਲ ਨਹੀਂ ਵਿੰਗਾ ਕਰ ਸਕਦਾ। ਬੜੇ ਲੋਕੀ ਤੁਹਾਨੂੰ ਮਿਲਣਗੇ, ਉਹ ਫਲਾਣੀ ਤੈਨੂੰ ਬੜੀਆਂ ਗਾਲਾਂ ਕੱਢਦੀ, ਮਹਾਰਾਜ ਕਹਿੰਦੇ ਉਹ ਕਿਹੜੀ ਬ੍ਰਹਮ ਗਿਆਨ ਬਣ ਗਈ ਆ ਕਿ ਜੋ ਮੁਖ ਤੋਂ ਕਹਿ ਦੂਗੀ ਉਹ ਸੱਚ ਹੀ ਹੋ ਜਾਏਗਾ। ਐਵੇਂ ਨਾ ਡਰਿਆ ਕਰੋ, ਤੁਹਾਡੇ ਕੋਲ ਨਿਤਨੇਮ ਹੈ, ਤੁਹਾਡੇ ਕੋਲ ਬਾਜਾਂ ਵਾਲਾ ਹੈ, ਤੁਹਾਡੇ ਕੋਲ ਵਿਸ਼ਵਾਸ ਇੰਨਾ ਵੱਡਾ ਚਾਹੀਦਾ ਕਿ ਮਹਾਰਾਜ ਜੀ ਮੇਰੇ ਕਰਮ ਚੰਗੇ ਹੋਣੇ ਚਾਹੀਦੇ ਆ, ਜਿਹੜੇ ਮੈਨੂੰ ਫਿਟਕਾਰਦੇ ਆ ਗੁਰੂ ਉਹਨਾਂ ਦਾ ਮੂੰਹ ਫਿਟਕਾਰ ਦਿੰਦਾ। ਇਹ ਬੜੀ ਵਾਰੀ ਹੋਇਆ, ਇਤਿਹਾਸ 'ਚ ਵੀ ਹੋਇਆ ਤੇ ਮਹਾਰਾਜ ਦੀ ਬਾਣੀ 'ਚ ਵੀ ਇਹ ਗੱਲਾਂ ਆਉਂਦੀਆਂ ਨੇ। ਸਤਿਗੁਰੂ ਸੱਚੇ ਪਿਤਾ ਜੀ ਕਹਿੰਦੇ ਅਸੀਂ ਫਿਰ ਆਈਏ ਕਿ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਕਹਿੰਦੇ ਉਹਦੇ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ, ਬਿਲਕੁਲ ਨਹੀਂ। ਸੱਚ ਇਵੇਂ ਕੀ ਕਰੀਏ, ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਇਹ ਜਾਪ ਸਾਹਿਬ 'ਚ ਕੰਨਾ ਲੱਗਾ, ਸੋਦਰ 'ਚ ਪਤ ਸਾਹਿਬ ਹੈ। ਮਹਾਰਾਜ ਕਹਿੰਦੇ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਨਾ ਜੀ, ਉਹਦੇ ਰਜਾ ਵਿੱਚ ਰਹਿ ਕੇ ਤੁਰਨਾ ਬਣਦਾ ਸਾਰਿਆਂ ਨੂੰ, ਉਹਦੇ ਅੱਗੇ ਹੁਕਮ ਨਹੀਂ ਕੀਤੇ ਜਾ ਸਕਦੇ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਦੇ ਅਰਥ ਨੇ ਉਹਦੀ ਰਜਾ 'ਚ ਰਿਹਾ ਕਰੋ। ਭਾਵ ਹਮੇਸ਼ਾ ਵਾਹਿਗੁਰੂ ਜੀ ਜੋ ਦੇ ਰਿਹਾ, ਜੋ ਖਾ ਰਿਹਾ, ਜੋ ਪਾ ਰਿਹਾ, ਜਿੱਥੇ ਵੀ ਰਹਿ ਰਿਹਾ। ਕਈ ਬੰਦਿਆਂ ਨੂੰ ਬੜਾ ਰੱਬ ਦੇਂਦਾ, ਉਹ ਤਾਂ ਵੀ ਨਹੀਂ ਰੱਜਦੇ, ਉਹ ਤਾਂ ਵੀ ਤਾਨੇ ਮਿਹਣੇ ਹੀ ਮਾਰ ਦਿੰਦੇ, ਕਿਤੇ ਇਦਾਂ ਹੋ ਜਾਂਦਾ ਨਾ, ਕਿਤੇ ਇਦਾਂ ਹੋ ਜਾਂਦਾ ਨਾ। ਤੇ ਮਹਾਰਾਜ ਸੱਚੇ ਪਿਤਾ ਜੀ ਕਹਿੰਦੇ ਵੇਖੀ ਇਦਾਂ ਇਦਾਂ ਕਰਦਿਆ ਕਿਤੇ ਜਹਾਨੋਂ ਨਾ ਤੁਰ ਜੀ, ਕਦੇ ਸ਼ੁਕਰ ਵੀ ਕਰ ਲਿਆ ਕਰ। ਸਤਿਗੁਰੂ ਜੀ ਰਹਿਮਤ ਕਰੇ, 10 ਮਿੰਟ ਬਾਕੀ ਨੇ, ਅਗਲੀਆਂ ਤੁਕਾਂ ਤੇ ਚੱਲੀਏ। ਸਭ ਉਪਰ ਪਾਰ ਬ੍ਰਹਮ ਦਾਤਾਰ। ਸੰਗਤ ਜੀ ਉਹ ਵਾਹਿਗੁਰੂ ਜੀ ਜਿਹੜਾ ਸਾਡੇ ਸਿਰ ਦੇ ਉੱਤੇ ਆ, ਵੇਖੋ ਉੱਪਰ ਦਾ ਭਾਵੇਂ ਨਹੀਂ ਅਸੀਂ ਤਾਂ ਨੂੰ ਵੇਖਣ ਲੱਗ ਪਏ, ਉਹ ਪ੍ਰਮਾਤਮਾ ਆਕਾਸ਼ 'ਚ, ਪ੍ਰਮਾਤਮਾ ਸਾਰਿਆਂ ਵਿੱਚ। ਮਹਾਰਾਜ ਜੀ ਦੀਆਂ ਬਾਣੀ ਦੀਆਂ 4-5 ਤੁਕਾਂ ਇੱਥੇ ਪੜੋ ਕਿ ਸਭ ਉੱਪਰ, ਸਾਰਿਆਂ ਦੇ ਸੀਸ ਤੇ ਉੱਤੇ ਉਹਨੇ ਆਪਣਾ ਮਿਹਰਾਂ ਦਾ ਹੱਥ ਰੱਖਿਆ ਹੈ। ਕਹਿੰਦੇ ਨਾ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ, ਜਿਸਕੇ ਸਿਰ ਉੱਪਰ ਤੂੰ, ਮਹਾਰਾਜ ਜੀ ਜਿਹਦੇ ਉੱਤੇ ਤੁਹਾਡਾ ਹੱਥ ਹੋਵੇ ਨਾ, ਸੱਚ ਇਵੇਂ ਜਿਸਕੇ ਸਿਰ ਉੱਪਰ ਤੂੰ स्वामी सो दुख कैसा पावै। केवल एक एक तुक, एक बचन असी पढ़ते हैं, माधो तू ठाकुर सिर मोरा सब ऊपर, सिर मोरा मेरे सिर दे उत्ते। वेखो फिर बेनती है, भरोसा करना पैना इन्हां गल्लां ते, भरोसे तो बिना नहीं साध संगत कि एवें पचाकियां जिहा मार के गां पा हो जाइए, इदां नहीं। गुरु साहब कहंदे भरोसा कर कि माधो तू ठाकुर सिर मोरा इहां उहां। मैं कहना ये जहान की किहड़ी गल करदे हो, जिहड़ा साडे सिर ते रखवाला ओदी इस लोक ते उस परलोक च भी चलदी आ। ਉਹ ਉੱਥੇ ਸਭ ਜਿੱਥੇ ਕਿਸੇ ਦੀ ਨਹੀਂ ਚੱਲਣੀ, ਜਿੱਥੇ ਪਹਿਲੀ ਗੱਲ ਤੇ ਜਾਣਾ ਹੀ ਕਿਸੇ ਨਹੀਂ। ਮਾਂ ਸੱਚੇ ਪਿਤਾ ਕਹਿੰਦੇ ਬਸ ਇਹਾਂ ਉਹਾਂ ਤੁਹਾਰੋ ਧੂਰਾ, ਧੂਰਾ ਦਾ ਭਾਵੇਂ ਆਸਰਾ ਉਹਦਾ ਤਾਣ ਬਾਲਕ ਜੀ ਮੈਨੂੰ ਤੁਹਾਡਾ ਹੈ। ਇੱਕ ਹੋਰ ਤੁਕ ਪੜੋ, ਕਿਰਪਾ ਕਟਾਖਿ ਅਵਲੋਕਨ ਕੀਨੋ। ਉੱਥੇ ਵੀ ਕੀ ਲਿਖਿਆ, ਸਿਰ ਉੱਪਰ ਕਰ ਧਾਰਿਓ। ਕਰ ਕਹਿੰਦੇ ਹੱਥ ਨੂੰ। ਮਹਾਰਾਜ ਜੀ ਤੁਸੀਂ ਜਦੋਂ ਸੀਸ ਤੇ ਆਪਣੇ ਸੇਵਕ ਤੇ ਹੱਥ ਰੱਖ ਦਿੰਦੇ ਹੋ, ਉਹਦੀ ਤੁਹਾਡੀ ਇੱਕ ਨਜ਼ਰ ਨਾਲ ਉਹਦੀ ਜ਼ਿੰਦਗੀ ਦਾ ਹਰ ਕਿਵਾੜ ਹੀ ਕੱਟਿਆ ਜਾਂਦਾ ਹੈ। ਇਹ ਇੰਨੀਆਂ ਰਹਿਮਤਾਂ ਨੇ ਤੁਹਾਡੇ ਬਖਸ਼ਿਸ਼ ਦਾ ਜਦੋਂ ਹੱਥ ਸੀਸ ਤੇ ਆ ਜਾਵੇ। ਸਭ ਉੱਪਰ ਪਾਰ ਬ੍ਰਹਮ ਦਾਤਾਰ, ਉਹ ਦਾਤਾਰ ਹੈ ਕਿਉਂਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਉਹ ਦਾਤਾਰ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਤੇਰੀ ਟੇਕ ਤੇਰਾ ਆਧਾਰ। ਸਾਨੂੰ ਉਸ ਵਾਹਿਗੁਰੂ ਜੀ ਦਾ ਆਸਰਾ ਲੈ ਕੇ, ਟੇਕ ਲੈ ਕੇ ਹੀ ਜ਼ਿੰਦਗੀ ਭੋਗਣੀ ਚਾਹੀਦੀ ਹੈ। ਰਖਾਓ ਹੈ ਤੂੰ ਹੋਵਨਹਾਰ। ਅਸੀਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਉਹ ਪ੍ਰਮਾਤਮਾ ਜਿਹੜਾ ਸਦਾ ਹੈ। ਇੱਥੇ ਉਹ ਸ਼ਲੋਕ ਪੜ੍ਹ ਲਓ ਕਿ ਆਦ ਸੱਚ ਜੁਗਾਦ ਸੱਚ, ਹੈਪੇ ਸੱਚ, ਨਾਨਕ ਹੋਸੀ ਪੇ ਸੱਚ। ਆਦ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤ ਗੁਰੇ ਨਮੈ, ਸ੍ਰੀ ਗੁਰ ਦੇਵੇ ਨਮੈ। ਉਹ ਵਾਹਿਗੁਰੂ ਜੀ ਜਿਹੜਾ ਹੁਣ ਵੀ ਹੈ, ਰਵੇਗਾ ਵੀ ਤੇ ਸਦੀ ਵੀ ਹੋਵੇਗਾ। ਅਗੰਮ ਅਗਾਧ ਊਚ ਪਾਰ, ਜਿਹੜਾ ਅਪਹੁੰਚ ਹੈ, ਜਿਹਨੂੰ ਲਖਿਆ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ, ਜਿਹੜਾ ਬਹੁਤ ਉੱਚਾ ਤੇ ਜਿਹਦਾ ਪਾਰਲਾ ਬੰਨਾ ਨਹੀਂ ਲੱਭਿਆ ਜਾਂਦਾ। ਜੋ ਤੁਧ ਸੇਵੈ ਤਿਨ ਭਉ ਦੁਖ ਨਾਹੀ। ਸੰਗੇ ਜਿਹੜੇ ਉਹਨੂੰ ਚੇਤੇ ਕਰਦੇ ਆ, ਉਹਨਾਂ ਦੀ ਜ਼ਿੰਦਗੀ 'ਚ ਦੋ ਗੱਲਾਂ ਮੁੱਕ ਜਾਂਦੀਆਂ, ਭਉ ਡਰ
ਤੇ ਦੁੱਖ ਮੁੱਕ ਜਾਂਦੇ। ਹੁਣੇ ਅਸੀਂ ਪੜ੍ਹਿਆ ਨਾ ਗੁਰੂ ਅਰਜਨ ਦੇਵ ਪਿਤਾ ਦਾ ਜੀਵਨ, ਤੇ ਬੜੇ ਗੁਰਸਿੱਖਾਂ ਦਾ, ਭਗਤਾਂ ਦਾ ਇਹੋ ਜਿਹਾ ਜੀਵਨ ਨੇ। ਧਰੂ ਪ੍ਰਹਿਲਾਦ ਵਰਗੇ ਨੇ ਵੀ ਜਦੋਂ ਰੱਬ ਨੂੰ ਯਾਦ ਕੀਤਾ ਸੀ ਤੇ ਉਹਨਾਂ ਦੀ ਜ਼ਿੰਦਗੀ ਚੋਂ ਭਉ ਸਭ ਨਿਕਲ ਗਏ ਸੀ। ਸਤਿਗੁਰੂ ਪਿਤਾ ਜੀ ਕਹਿੰਦੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਆਓ ਗੁਰੂ ਵਾਲੇ ਬਣੋ, ਗੁਰੂ ਦੀ ਕਿਰਪਾ ਲਓ, ਗੁਰੂ ਪ੍ਰਸਾਦ ਲਓ ਤੇ ਉਸ ਵਾਹਿਗੁਰੂ ਦੀ ਗੁਣ ਗਾਇਆ ਕਰੋ। ਜੋ ਦਿਸੈ ਸੋ ਤੇਰਾ ਰੂਪ, ਬੰਦਗੀ ਵਾਲੀਆਂ ਅੱਖਾਂ ਨਾਲ। ਅਜੇ ਤੇ ਮਾਂ ਵਿੱਚੋਂ ਮਾਂ ਨਹੀਂ ਦਿਸਦੀ, ਅਜੇ ਤੇ ਪਿਤਾ ਵਿੱਚੋਂ ਪਿਤਾ ਨਹੀਂ ਦਿਸਦਾ, ਅਜੇ ਤੇ ਭਰਾ ਵਿੱਚੋਂ ਭਰਾ ਨਹੀਂ ਦਿਸਦਾ। ਅਜੇ ਪ੍ਰਮਾਤਮਾ ਮੈਂ ਤੈਨੂੰ ਕਿਵੇਂ ਸਾਰਿਆਂ 'ਚ ਵੇਖ ਲਾਂ, ਕਿਉਂਕਿ ਕਦੇ ਜਪਜੀ ਤੇ ਪੜ੍ਹ ਕੇ ਨਹੀਂ ਵੇਖਿਆ, ਕਦੇ ਬਾਣੀ ਤੇ ਆ ਕੇ ਨਹੀਂ ਵੇਖਿਆ, ਰੁਮਾਲਾ ਤੇ ਚੁੱਕਿਆ ਹੀ ਨਹੀਂ ਕਦੇ। ਜਿਹੜੇ ਧੁੱਤ ਨੇ ਬਾਣੀ ਵਿੱਚ, ਗੁਣਵੰਤ ਨੇ 24 ਘੰਟੇ, ਫਿਰ ਉਹਨਾਂ ਨੂੰ ਇਹ ਤੁਕ ਪੜ ਲੈਣੀ ਚਾਹੀਦੀ ਆ, ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ। ਸੰਗਤ ਜੀ ਇਹ ਵਿਰਲੇ ਨੇ ਜਿਹੜੇ ਰੰਗੇ ਰਹਿੰਦੇ ਬਾਣੀ 'ਚ, ਜਿਨ੍ਹਾਂ ਨੂੰ ਦੁਸ਼ਮਣਾਂ ਵਿੱਚੋਂ ਵੀ। ਮਹਾਰਾਜ ਦੀ ਇੱਕ ਬਾਣੀ 'ਚ ਤੁਕ ਆਉਂਦੀ ਹੈ ਕਿ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇ ਨਾ ਪਾਣਾ। ਅਸੀਂ ਤੇ ਸਿਆਣੇ ਬੰਦੇ ਨੂੰ ਵੀ ਮੂਰਖ ਨਾਲ ਤੁਲਨਾ ਦੇ ਦਿੰਦੇ ਆ, ਪਰ ਉਸ ਅਵਸਥਾ 'ਚ ਮੂਰਖਾਂ ਵਿੱਚੋਂ ਵੀ ਰੱਬ ਦੇ ਦਰਸ਼ਨ ਹੋ ਰਹੇ ਆ। ਸਤਿਗੁਰੂ ਜੀ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਉਹ ਪ੍ਰਮਾਤਮਾ ਗੁਣਾਂ ਦਾ ਖਜ਼ਾਨਾ ਹੈ। ਅਨੂਪ ਦਾ ਅਰਥ ਹੁੰਦਾ ਉਪਮਾ ਰਹਿਤ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਗੁਰੂ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਸਭ ਪ੍ਰਾਪਤੀ ਹੁੰਦੀ ਹੈ ਕਿ ਅਸੀਂ ਉਹਨੂੰ ਜਪ ਸਕੀਏ। ਜਿਨ ਜਪਿਆ ਤਿਸ ਕੋ ਬਲਹਾਰ, ਜਿਨ੍ਹਾਂ ਨੇ ਜਪਿਆ ਜੀ ਉਹਨਾਂ ਤੋਂ ਗੁਰੂ ਜੀ ਕਹਿੰਦੇ ਮੈਂ ਸਦਕੇ ਹਾਂ। ਤਿਸ ਕੈ ਸੰਗਤ ਰਹਿ ਸੰਸਾਰ, ਉਹਨਾਂ ਦਾ ਸੰਗ ਕਰੋ, ਸੰਗਤ ਕਰੋ, ਉਹਨਾਂ ਦੀ ਸ਼ੋਭਤ 'ਚ ਰਵੋ। ਤੇ ਕੇਵਲ ਸਤਿਗੁਰੂ ਕਹਿੰਦੇ ਇੱਕ ਦੇਸ਼ ਦਾ ਨਹੀਂ, ਸਾਰੇ ਸੰਸਾਰ ਦਾ ਹੀ ਭਲਾ ਜਪਣ ਵਾਲੇ ਕਰ ਦਿੰਦੇ। ਕਹੋ ਨਾਨਕ ਪ੍ਰਭ ਲੋਚਾਂ ਪੂਰ। ਗੁਰੂ ਅਰਜਨ ਦੇਵ ਪਿਤਾ ਜੀ ਕਹਿ ਰਹੇ ਸਾਡੀ ਇੱਕ ਲੋਚਾ ਹੈ, ਇੱਕ ਤਮੰਨਾ, ਇੱਕ ਖੁਆਇਸ਼ ਹੈ ਵਾਹਿਗੁਰੂ ਜੀ, ਉਹ ਪੂਰੀ ਕਰੋ। ਸੰਤ ਜਨਾ ਕੀ ਬਾਛੋਂ ਧੂਰ। ਤਾਂ ਹੀ ਤਾਂ ਗੁਰੂ ਨਾਨਕ ਜੀ ਦਾ ਘਰ ਹੈ ਨਾ ਜਿਹੜਾ, ਇਹ ਸਾਧੂਆਂ ਸੰਤਾਂ ਫਕੀਰਾਂ ਦੀ ਬਹੁਤ ਜ਼ਿਆਦਾ ਸਤਿਕਾਰ ਕਰਦਾ ਰਿਹਾ ਮਹਾਰਾਜ। ਸੱਚੇ ਪਿਤਾ ਜੀਆਂ ਦਾ ਕਿੰਨਾ ਜੀਵਨ ਸਾਈਂ ਮੀਆਂ ਮੀਰ ਜੀ ਦੇ ਨਾਲ ਬਤੀਤ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦਾ ਕਿੰਨਾ ਜੀਵਨ ਪੀਰ ਬੁੱਧੂ ਸ਼ਾਹ ਜੀ ਨਾਲ ਗੋਸ਼ਟੀਆਂ ਕਰਦਿਆਂ ਬਤੀਤ ਹੁੰਦਾ। ਕਿਉਂਕਿ ਮਹਾਰਾਜ ਜੀ ਕਹਿੰਦੇ ਜਿਹੜੇ ਤੁਹਾਨੂੰ ਜਪਦੇ ਹੋ ਸਾਨੂੰ ਬਹੁਤ ਮਿੱਠੜੇ ਲੱਗਦੇ ਆ, ਚੰਗੇ ਲੱਗਦੇ ਆ। ਉਹਨਾਂ ਦੀ ਚਰਨ ਧੂੜੀ, ਉਹਨਾਂ ਦੀ ਸ਼ੋਭਤ ਸੰਗਤ ਸਾਨੂੰ ਬਖਸ਼ੋ, ਤਾਂ ਕਿ ਉਹਨਾਂ 'ਚ ਰਿਆਂ ਸਾਡੇ ਵਰਗੇ ਪਾਪੀਆਂ ਦਾ ਵੀ ਸਾਧ ਸੰਗਤ ਉਧਾਰ ਹੋ ਚੁੱਕੇ ਜੀ। ਸੋ ਆਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਗੁਰੂ ਅਤੇ ਸੰਗਤ ਬਖਸ਼ਣ ਜੋਗਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ, ਸਤਿਨਾਮ।